ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਗੇੜ ਵਿੱਚ 1 ਜੂਨ ਨੂੰ VOTING ਦੇ ਮੱਦੇਨਜ਼ਰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ। ਪ੍ਰਧਾਨ ਮੰਤਰੀ ਨੇ ਵਾਰਾਣਸੀ ਲੋਕ ਸਭਾ ਸੀਟ ਲਈ ਭਰੇ ਨਾਮਜ਼ਦਗੀ ਪੱਤਰ। ਚੰਡੀਗੜ੍ਹ ਲੋਕ ਸਭਾ ਸੀਟ ਲਈ ਕਾਂਗਰਸ ਅਤੇ ਇੰਡੀਆ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਅੱਜ ਭਰੇ ਨਾਮਜ਼ਦਗੀ ਪੱਤਰ। ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ ਕੱਲ ਤੱਕ 209 ਨਾਮਜ਼ਦਗੀ ਪੱਤਰ ਕੀਤੇ ਗਏ ਦਾਖਲ। ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੀਤੂ ਗੁਲਾਟੀ ਅਤੇ ਹੁਣ ਖਬਰਾਂ ਵਿਸਥਾਰ ਨਾਲ। ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਵਿੱਚ 1 ਜੂਨ ਨੂੰ VOTING ਦੇ ਮੱਦੇਨਜ਼ਰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਇਸ ਗੇੜ ਤਹਿਤ 7 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਸਮੇਤ 57 ਲੋਕ ਸਭਾ ਸੀਟਾਂ ਲਈ VOTING ਹੋਈ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਅਤੇ ਪੰਜਾਬ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਉੜੀਸਾ ਦੀਆਂ 6, ਹਿਮਾਚਲ ਪ੍ਰਦੇਸ਼ ਦੀਆਂ 4, ਝਾਰਖੰਡ ਦੀਆਂ 3, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ 1 ਸੀਟ ਸ਼ਾਮਿਲ ਹੈ। ਇਸ ਗੇੜ ਲਈ ਨਾਮਜ਼ਦਗੀਆਂ ਦੀ ਭਲਕੇ ਜਾਂਚ ਹੋਵੇਗੀ ਤੇ 17 ਮਈ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਣਸੀ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਪ੍ਰਧਾਨ ਮੰਤਰੀ ਮੋਦੀ ਤੀਸਰੀ ਵਾਰ ਵਾਰਾਣਸੀ ਦੀ ਸੀਟ ਲਈ ਚੋਣ ਮੈਦਾਨ ਵਿੱਚ ਨੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 2014 ਅਤੇ 19 ਵਿੱਚ ਲੋਕ ਸਭਾ ਚੋਣਾਂ ਦੌਰਾਨ ਇਸ ਸੀਟ ਤੋਂ ਜਿੱਤ ਹਾਸਲ ਕੀਤੀ। ਪ੍ਰਧਾਨ ਮੰਤਰੀ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਪੰਡਿਤ ਗਣੇਸ਼ਵਰ ਸ਼ਾਸਤਰੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਬੈਜਨਾਥ ਪਟੇਲ ਵੀ ਹਾਜ਼ਰ ਸਨ। ਪੰਡਿਤ ਗਣੇਸ਼ ਸ਼ਾਸਤਰੀ ਨੇ ਸ਼੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਦਾ ਸ਼ੁਭ ਮਹੂਰਤ ਕੱਢਿਆ ਸੀ। मोदी लोकसभा में स्थान करने के लिए अभ्यर्थी के रूप में नाम निर्देशित हुआ। ईश्वर की शपथ लेता हूँ, सत्य निष्ठा से प्रतिज्ञा करता हूँ कि मैं विधि द्वारा स्थापित भारत के संविधान प्रति सच्ची श्रद्धा और निष्ठा रखूंगा और मैं भारत की प्रभुता और अखंडता अक्षुण्ण रखूंगा। ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ NDA ਨੇਤਾਵਾਂ ਦੇ ਨਾਲ ਮੁਲਾਕਾਤ ਵੀ ਕੀਤੀ। ਚੰਡੀਗੜ੍ਹ ਲੋਕ ਸਭਾ ਹਲਕੇ ਲਈ ਕਾਂਗਰਸ ਅਤੇ ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਸੈਕਟਰ 17 ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਮਨੀਸ਼ ਤਿਵਾੜੀ ਆਪਣੇ ਸਮਰਥਕਾਂ ਦੇ ਨਾਲ ਪਹੁੰਚੇ। ਉਹਨਾਂ ਦੇ ਨਾਲ ਚੰਡੀਗੜ੍ਹ ਕਾਂਗਰਸ ਪ੍ਰਧਾਨ HS ਲੱਕੀ, ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਅਤੇ ਇੰਡੀਆ ਗਠਜੋੜ ਨਾਲ ਸੰਬੰਧਿਤ ਲੀਡਰ ਤੇ ਵੱਡੀ ਗਿਣਤੀ ਵਿੱਚ ਵਰਕਰ ਵੀ ਹਾਜ਼ਰ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਮਨੀਸ਼ ਤਿਵਾੜੀ ਨੇ ਇਸ ਚੋਣਾਂ ਵਿੱਚ ਇੰਡੀਆ ਗਠਜੋੜ ਦੀ ਜਿੱਤ ਦਾ ਦਾਅਵਾ ਕੀਤਾ। उन्होंने कहा कि इंडिया गठजोड़ वालों संविधान नूं बचाउण दी लड़ाई विच जित हासिल होवेगी ते 4 जून नूं नवीं सवेर होवेगी। कि इंडिया अलायंस जीत की ओर अग्रसर है और 4 जून 2024 को इस देश में एक नई सुबह होगी और चंडीगढ़ की भागीदारी उस नई सुबह में ज़रूर होगी। अगर हम ये लड़ाई भारत के लोकराज की रक्षा करने के लिए, भारत के संविधान की रक्षा करने के लिए लड़ रहे हैं और इसीलिए हम जब अपना नामांकन दाखिल करने आए तो हम सभी साथी संविधान के ऊपर ये प्रतिज्ञा करके आए थे कि हम इस संविधान की रक्षा करने के लिए ये लड़ाई लड़ रहे हैं। ਚੰਡੀਗੜ੍ਹ ਦੀ 1 ਲੋਕ ਸਭਾ ਸੀਟ ਵਾਸਤੇ 8 ਉਮੀਦਵਾਰਾਂ ਵੱਲੋਂ ਹੁਣ ਤੱਕ ਨਾਮਜ਼ਦਗੀ ਪਰਚੇ ਭਰੇ ਜਾ ਚੁੱਕੇ ਨੇ, ਜਿਨ੍ਹਾਂ ਵਿੱਚ 4 ਆਜ਼ਾਦ ਉਮੀਦਵਾਰ ਸ਼ਾਮਿਲ ਨੇ। ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਅਤੇ 7ਵੇਂ ਗੇੜ ਤਹਿਤ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਹੈ ਕਿ ਨਾਮਜ਼ਦਗੀਆਂ ਭਰਨ ਦੇ ਕੱਲ 5ਵੇਂ ਦਿਨ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ 209 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਹਨਾਂ ਦੱਸਿਆ ਕਿ ਗੁਰਦਾਸਪੁਰ ਤੋਂ 29, ਅੰਮ੍ਰਿਤਸਰ ਤੋਂ 21, ਖਡੂਰ ਸਾਹਿਬ ਤੋਂ 20, ਜਲੰਧਰ ਤੋਂ 10, ਹੁਸ਼ਿਆਰਪੁਰ ਤੋਂ 8,
ਸ਼੍ਰੀ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਤੋਂ 19, ਫਤਿਹਗੜ੍ਹ ਸਾਹਿਬ ਤੋਂ 6, ਫਰੀਦਕੋਟ ਤੋਂ 8, ਬਠਿੰਡਾ ਤੋਂ 14, ਸੰਗਰੂਰ ਤੋਂ 16, ਪਟਿਆਲਾ ਤੋਂ 21 ਅਤੇ ਫਿਰੋਜ਼ਪੁਰ ਲੋਕ ਸਭਾ ਹਲਕੇ ਲਈ 18 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ। ਸੀਬੀਸੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ ਭਲਕੇ ਯਾਨੀ 15 ਮਈ ਨੂੰ ਕੀਤੀ ਜਾਵੇਗੀ ਅਤੇ 17 ਮਈ ਨੂੰ ਨਾਮਜ਼ਦਗੀ ਪੱਤਰ ਵਾਪਸ ਲੈ ਜਾ ਸਕਦੇ ਨੇ। ਕੱਲ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲਿਆਂ ਵਿੱਚ ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ, ਪਟਿਆਲਾ ਲੋਕ ਸਭਾ ਹਲਕੇ ਲਈ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ, ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਣਾ ਵੜਿੰਗ, ਸੰਗਰੂਰ ਲੋਕ ਸਭਾ ਹਲਕੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸੀਟ ਲਈ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਆਦਿ ਸ਼ਾਮਿਲ ਨੇ। ਲੋਕ ਸਭਾ ਚੋਣਾਂ ਦੇ ਚੌਥੇ ਗੇੜ ਤਹਿਤ ਕੱਲ 67.71% ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਚੌਥੇ ਗੇੜ ਤਹਿਤ 9 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 96 ਲੋਕ ਸਭਾ ਸੀਟਾਂ ਲਈ ਵੋਟਾਂ ਪਾਈਆਂ ਗਈਆਂ ਨੇ। ਆਂਧਰਾ ਪ੍ਰਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਦੋਵਾਂ ਲਈ ਹੋਈ ਵੋਟਿੰਗ ਵਿੱਚ ਮਤਦਾਨ 78.25% ਦਰਜ ਕੀਤਾ ਗਿਆ ਹੈ। ਬਿਹਾਰ ਵਿੱਚ 57.06%, ਤੇਲੰਗਾਨਾ ਵਿੱਚ 64.93%, ਜੰਮੂ ਕਸ਼ਮੀਰ ਵਿੱਚ 37.98% ਵੋਟਿੰਗ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਝਾਰਖੰਡ ਵਿੱਚ 65.31%, ਮੱਧ ਪ੍ਰਦੇਸ਼ ਵਿੱਚ 70.98%, ਮਹਾਰਾਸ਼ਟਰ ਵਿੱਚ 59.64%, ਉੜੀਸਾ ਵਿੱਚ 73.97%, ਉੱਤਰ ਪ੍ਰਦੇਸ਼ ਵਿੱਚ 58.05% ਅਤੇ ਪੱਛਮੀ ਬੰਗਾਲ ਵਿੱਚ 78.44% ਵੋਟਿੰਗ ਦਰਜ ਕੀਤੀ ਗਈ ਹੈ। ਚੌਥੇ ਗੇੜ ਤਹਿਤ ਕੁੱਲ 1717 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ EVM ਵਿੱਚ ਦਰਜ ਹੋ ਗਿਆ ਹੈ। ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਇਸ ਗੇੜ ਲਈ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਰਹੀ ਅਤੇ ਸ਼੍ਰੀਨਗਰ ਵਿੱਚ 37% ਤੋਂ ਵੱਧ ਵੋਟਿੰਗ ਦਰਜ ਹੋਈ ਹੈ, ਜੋ ਕਿ ਪਿਛਲੇ ਸਮੇਂ ਦੇ ਮੁਕਾਬਲੇ ਵੱਧ ਹੈ। ਚੌਥੇ ਗੇੜ ਤਹਿਤ ਵੋਟਿੰਗ ਇਸ ਤੋਂ ਪਹਿਲਾਂ ਦੇ 3 ਗੇੜਾਂ ਦੇ ਮੁਕਾਬਲੇ ਵੀ ਵੱਧ ਦਰਜ ਕੀਤੀ ਗਈ ਹੈ। ਚੰਡੀਗੜ੍ਹ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਵੱਲੋਂ ਵੱਡੇ ਪੱਧਰ ਤੇ ਚੋਣ ਪ੍ਰਚਾਰ ਜਾਰੀ ਹੈ। ਸੰਜੇ ਟੰਡਨ ਹਰ ਰੋਜ਼ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਨਾਲ ਸੰਪਰਕ ਸਾਧ ਰਹੇ ਨੇ ਅਤੇ ਲੋਕਾਂ ਨੂੰ ਉਹਨਾਂ ਦੇ ਹੱਕ ਵਿੱਚ ਵੋਟਾਂ ਭੁਗਤਾਉਣ ਲਈ ਅਪੀਲ ਕਰ ਰਹੇ ਨੇ। ਸੰਜੇ ਟੰਡਨ ਨੇ ਕੱਲ ਤਨਾਸ, ਪਿੰਡ ਭੈਲਾਨਾ ਅਤੇ ਸੈਕਟਰ 25 ਵਿੱਚ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਦੇ ਵਿਕਾਸ ਦੀ ਗਰੰਟੀ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਚੰਡੀਗੜ੍ਹ ਦੇ ਸਾਰੇ ਪਿੰਡਾਂ ਦਾ ਵਿਕਾਸ ਸ਼ਹਿਰ ਦੇ ਸੈਕਟਰਾਂ ਦੇ ਵਿਕਾਸ ਦੇ ਬਰਾਬਰ ਕਰਨ ਦੀ ਗਰੰਟੀ ਦਿੰਦੇ ਨੇ। ਉਹਨਾਂ ਕਿਹਾ ਕਿ ਚੰਡੀਗੜ੍ਹ ਹਲਕੇ ਤਹਿਤ ਆਉਂਦੇ ਸਾਰੇ ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਿਤ ਕੀਤਾ ਜਾਵੇਗਾ। ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਮੋਦੀ ਜੀ ਦਾ ਜਿਹੜਾ ਬਟਨ ਦਬਾਉਣਾ ਹੈ 1 ਤਰੀਕ ਨੂੰ ਕਮਲ ਦੇ ਫੁੱਲ ਦਾ, ਅਸੀਂ ਵੀ ਮੋਦੀ ਜੀ ਨੂੰ ਫੇਰ ਤੋਂ ਪ੍ਰਧਾਨ ਮੰਤਰੀ ਬਣਾਉਣਾ ਹੈ। ਇਹ ਕੰਮ ਮੈਂ ਤੁਹਾਡੇ ਜਿੰਨੇ ਸੌਂਪ ਰਿਹਾ। ਆਯੁਸ਼ਮਾਨ ਭਾਰਤ ਆਇਆ ਕਿ 5 ਲੱਖ ਰੁਪਏ ਦਾ ਬੀਮਾ ਹਰ ਗਰੀਬ ਬੰਦੇ ਨੂੰ ਮੋਦੀ ਜੀ ਨੇ ਦੇ ਦਿੱਤਾ ਕਿ ਭਾਈ ਤੇਰੀ ਸਿਹਤ ਖਰਾਬ ਹੋਵੇ, ਆਪਣੇ ਪਰਿਵਾਰ ਨੂੰ ਡਾਕਟਰ ਕੋਲ ਲਿਜਾਣਾ ਹੋਵੇ ਤੇ ਇਹ ਕਾਰਡ ਦੇ ਨਾਲ ਚਲੇ ਜਾਣਾ, ਤੁਹਾਡੇ ਤੋਂ 1 ਰੁਪਈਆ ਨਹੀਂ ਮੰਗਣਗੇ, 5 ਲੱਖ ਰੁਪਏ ਤੱਕ ਤੁਹਾਡਾ ਕੰਮ ਕਰ ਦੇਣਗੇ। ਚੰਡੀਗੜ੍ਹ ਦੇ ਵਿੱਚ ਵੀ 8000 ਭੈਣਾਂ ਨੂੰ ਸਿਲੰਡਰ ਮਿਲ ਗਿਆ। ਸੰਜੇ ਟੰਡਨ ਨੇ ਪਿੰਡਾਂ ਵਿੱਚ ਲਾਲ ਡੋਰੇ ਦੀ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਮਾਂ ਬੋਲੀ ਪੰਜਾਬੀ ਨੂੰ ਵੀ ਬੰਦਾ ਦਰਜਾ ਦਿਵਾਇਆ ਜਾਵੇਗਾ। ਉਹਨਾਂ ਨੇ ਭਾਜਪਾ ਵੱਲੋਂ ਦੇਸ਼ ਦੇ ਨਾਲ-ਨਾਲ ਚੰਡੀਗੜ੍ਹ ਲਈ ਕੀਤੇ ਵਿਕਾਸ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 500 ਕਰੋੜ ਰੁਪਏ ਦੀ ਲਾਗਤ ਨਾਲ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਜਾਰੀ ਹੈ। ਉਹਨਾਂ ਨੇ ਕੇਂਦਰ ਵਿੱਚ ਮੁੜ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਭਰੋਸਾ ਜਤਾਉਂਦਿਆਂ ਚੰਡੀਗੜ੍ਹ ਨੂੰ ਦੇਸ਼ ਦੁਨੀਆ ਦਾ ਸੋਹਣਾ ਸ਼ਹਿਰ ਬਣਾਉਣ ਦਾ ਭਰੋਸਾ ਵੀ ਦਿੱਤਾ। ਚੰਡੀਗੜ੍ਹ ਸੰਸਦੀ ਹਲਕੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਤਹਿਤ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੱਲ੍ਹ ਚੰਡੀਗੜ੍ਹ UT ਸਟੇਟ ਗੈਸਟ ਹਾਊਸ ਵਿੱਚ ਖਾਸ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਜਨਰਲ ਆਬਜ਼ਰਵਰ SS ਗਿੱਲ ਨੇ ਕੀਤੀ। ਮੀਟਿੰਗ ਵਿੱਚ ਪੁਲਿਸ ਆਬਜ਼ਰਵਰ, ਖਰਚਾ ਨਿਗਰਾਨ, ਰਿਟਰਨਿੰਗ ਅਫਸਰ ਕਮ ਜ਼ਿਲ੍ਹਾ ਵਿੱਚ ਚੋਣ ਅਫਸਰ ਵਿਨੇ ਪ੍ਰਤਾਪ ਸਿੰਘ ਸਮੇਤ ਹੋਰ ਕਈ ਸੰਬੰਧਿਤ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਜ਼ਿਲ੍ਹਾ ਚੋਣ ਅਫਸਰ ਵਿਨੇ ਪ੍ਰਤਾਪ ਨੇ ਪੋਲਿੰਗ ਸਟੇਸ਼ਨ ਪੱਧਰ ਤੇ ਚੋਣ ਤਿਆਰੀਆਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ। ਉਹਨਾਂ ਨੇ ਸੰਚਾਰ ਪ੍ਰਬੰਧਾਂ ਅਤੇ ਆਵਾਜਾਈ ਸੰਬੰਧੀ ਵੀ ਜਾਣਕਾਰੀ ਸਾਂਝੀ ਕਰਦਿਆਂ ਜਨਰਲ ਆਬਜ਼ਰਵਰਾਂ ਨੂੰ ਪੋਲਿੰਗ ਸਟੇਸ਼ਨ ਦੇ ਪ੍ਰਬੰਧ, ਪੋਲਿੰਗ ਕਰਮਚਾਰੀਆਂ ਦੀ ਸਿਖਲਾਈ ਆਦਿ ਵੱਖ ਪਹਿਲੂਆਂ ਬਾਰੇ ਵੀ ਦੱਸਿਆ। ਭਾਰਤੀ ਚੋਣ ਕਮਿਸ਼ਨ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਵੋਟਰਾਂ ਦੀ ਸਿੱਖਿਆ ਤੇ ਚੋਣ ਹਿੱਸੇਦਾਰੀ ਸੰਬੰਧੀ ਸਵੀਪ ਗਤੀਵਿਧੀਆਂ ਨੂੰ ਚਲਾਉਣ ਤੇ ਜ਼ੋਰ ਦਿੱਤਾ ਗਿਆ।
ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਚੋਣਾਂ ਸ਼ਾਂਤ ਅਤੇ ਸੁਰੱਖਿਅਤ ਯਕੀਨੀ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਹਰ ਰੋਜ਼ यूटी गेस्ट हाउस के ग्राउंड फ्लोर पर जनरल ऑब्जर्वर आदि उम्मीदवारों ਅਤੇ सियासी पार्टियां ਲਈ मौजूद होणगे ਅਤੇ ਉਹਨਾਂ ਨਾਲ 0172 299 3878 ਟੈਲੀਫੋਨ ਨੰਬਰ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। हरियाणा ਦੀਆਂ 10 लोक सभा सीटां वास्ते लोक सभा चोणां दे 6वें गेट तहत 25 मई ਨੂੰ वोटिंग हुई है। सूबे में चोण प्रचार सिखर ते है। सारियां ही सियासी पार्टियां दे नेतावां ਵੱਲੋਂ चोण प्रचार करन लई रैलियां रोड शो आदि किए जा रहे हैं। हिसार के नारनौद में विजय संकल्प रैली दौरान मुख्यमंत्री नायब सिंह सैनी और हिसार लोक सभा तो भाजपा उम्मीदवार रणजीत सिंह हाजिर रहे। इन्हां तो इलावा भाजपा नेता कैप्टन अभिमन्यु ते होर लीडर और पार्टी वर्कर भी इस मौके हाजिर सन। मुख्यमंत्री ने रैली ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੇਸ਼ ਦੀ ਦਿਸ਼ਾ ਅਤੇ ਦਸ਼ਾ ਤੈਅ ਕਰਨ ਦੀ ਚੋਣ ਨੇ। ਪ੍ਰਧਾਨ ਮੰਤਰੀ ਮੋਦੀ ਨੇ ਸਿਰਫ 10 ਵਰਿਆਂ ਵਿੱਚ ਜਿੰਨੇ ਕੰਮ ਕੀਤੇ ਨੇ, ਕਾਂਗਰਸ ਵੱਲੋਂ 60 ਵਰਿਆਂ ਵਿੱਚ ਵੀ ਕਿਤੇ ਕੰਮ ਛੋਟੇ ਪੈ ਗਏ ਨੇ। ਉਹਨਾਂ ਨੇ ਲੋਕਾਂ ਨੂੰ ਆਪਣਾ ਇੱਕ ਵੋਟ ਰਣਜੀਤ ਸਿੰਘ ਨੂੰ ਦੇ ਕੇ ਹਿਸਾਰ ਵਿੱਚ ਕਮਲ ਦਾ ਫੁੱਲ ਖਿੜਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤ ਦਿਵਾਉਣ ਦੀ ਅਪੀਲ ਕੀਤੀ ਹੈ। शासन के अंदर विकास की गति बढ़ती है, भ्रष्टाचारियों के ऊपर नकेल कसी जाती है। मेरा आप लोगों से यही आग्रह है, एक एक वोट कमल के बटन का दबना भी है और दबवाना भी है। ये भयानक गर्मी का मौसम है, 25 मई को गर्मी का पीक का मौसम है। आप लोगों से अपील है, इस लोकतंत्र के पर्व के अंदर हम घर से निकल करके एक एक वोट कमल के बटन को दबाएं और यहाँ से सबसे बड़े बहुमत के साथ भाइयों रणजीत जी को कमल का फूल दे करके हमने दिल्ली में भेजना है। इस मौके हिसार लोक सभा सीट ਲਈ भाजपा उम्मीदवार रणजीत सिंह ने कहा है कि देश के लोगों ने प्रधानमंत्री मोदी ਨੂੰ तीसरी बार प्रधानमंत्री बनाने का मन बना लिया है तो वो चोण जितन ते हर समय लोगों की सहूलत लिए मौजूद रहेंगे। अगर हम वोट 100% पोल कर देंगे, 70% पोल करते हैं तो 18 लाख में हमारे 10,500 पोल होंगे। अगर हम 90% कर जाते हैं तो 4 लाख वोट और बढ़ जाता है। तो मैं सबसे कहूँगा जो परिवार कोई भी घर में वो हर परिवार के जितने वोट हैं एक एक वोट पोल करें और नरेंद्र मोदी जी को हिसार के हम कमल का फूल ले जाके उन्हें भेंट करें। हरियाणा के सिरसा लोक सभा हल्के तो कांग्रेस की उम्मीदवार कुमारी शैलजा वालों भी चोण प्रचार करदਿਆਂ लोगों को कांग्रेस और उन्होंने दे हक विच वोटिंग की अपील की है। डबवाली विधान सभा में चोण प्रचार दौरान उन्होंने भाजपा के कामों की निखेपी करदਿਆਂ कहा कि लोगों ने बीजेपी का साथ दिता पर बीजेपी लोगों के विश्वास को साम नहीं सकी है। जनता का दरबार ही हमें नेता बनाता है, वरना हम यहाँ पैदा नहीं हुए, आपने बनाया है। और अगर आपका विश्वास हम खोए गलत बातें बोल के तो साथियों लोकतंत्र में तो ये तो बहुत ही बड़ी बात है। इसलिए आज के दिन लोकतंत्र को बहाल करना सबसे ज्यादा जरूरी है। तो आज अपनी ताकत को आप पहचानिए। मेरी आप सबसे यही गुजारिश है, 25 तारीख को 25 मई को आप सभी लोग, मेरे भाई बहन सभी लोग अपनी ताकत को पहचानते हुए वोट डालेंगे। बटन कौन सा दबाएंगे पता है ना सबको। कुरुक्षेत्र लोक सभा तो आम आदमी पार्टी और इंडिया गठजोड़ के उम्मीदवार डॉक्टर सुशील गुप्ता ने अपने चोण प्रचार तहत कैथल के पिंड तितरम में बोलदियां भाजपा वालों ऐलाने उम्मीदवार नवीन जिंदल और इनैलो के उम्मीदवार अभय चौटाला के बयान दिंदियां कहा है कि लोग बीजेपी नाल नाराज ने, इसलिए पिंडों में भाजपा का विरोध हो रहा है। डॉक्टर सुशील गुप्ता को झाड़ू को समर्थन दिया, ये समर्थन बिना शर्त है, ये समर्थन बीजेपी के जुल्मों के खिलाफ है। भारतीय जनता पार्टी ने जो सारे सरपंचों के सारे गांव के विकास के कार्य रोक रखे, जो छोटी चुनी हुई सरकार को छोटी सरकार नहीं मानती, अपने क्लर्कों के माध्यम से अपने बाबुओं के माध्यम से राज करना चाहते, गांव के अंदर वो जा नहीं पा रहे। जजपा इनैलो वालों भी अपने अपने उम्मीदवारों लिए चोण प्रचार जारी है। ਅਤੇ ਤੁਸੀਂ ਸਾਡੇ ਸਮਾਚਾਰ YouTube ਚੈਨਲ
ਡੀਡੀ ਨਿਊਜ਼ ਚੰਡੀਗੜ੍ਹ ਫੇਸਬੁੱਕ ਡੀਡੀ ਨਿਊਜ਼ ਚੰਡੀਗੜ੍ਹ ਤੇ ਐਕਸ ਡੀਡੀ ਨਿਊਜ਼ CHD ਤੇ ਵੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਨਮਸਕਾਰ।